84 ਦੇ ਵਿੱਚ ਭਾਰਤ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਆਪਣੇ ਜ਼ਰ ਖਰੀਦਾਂ ਦੇ ਰਾਹੀਂ, ਪਰ ਕਾਮਯਾਬ ਨਾ ਹੋ ਸਕੀ ਕਿਉਂਕਿ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਜਿਹੜੇ ਸਨ ਬੜੇ ਚੇਤੰਨ ਸਨ। ਉਹਨਾਂ ਨੇ ਭਾਰਤ ਸਰਕਾਰ ਦੀ ਦਾਲ ਨਹੀਂ ਗਲਣ ਦਿੱਤੀ। ਕਿਉਂ ਤੋੜਨਾ ਚਾਹੁੰਦੀ ਹੈ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ? ਕਿਉਂ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਮੰਦਰਾਂ ਵਾਂਗ ਕਰਨਾ ਚਾਹੁੰਦੀ ਹੈ, ਟਰਸਟ ਬਣਾ ਕੇ, ਬੋਰਡ ਬਣਾ ਕੇ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਟੇਟ ਦੇ ਅੰਦਰ ਇੱਕ ਸਟੇਟ ਹੈ, ਭਾਰਤ ਦੇ ਅੰਦਰ ਇੱਕ ਸਟੇਟ ਹੈ, ਆਜ਼ਾਦ ਸਟੇਟ ਦਾ ਰੁਤਬਾ ਰੱਖਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਸ ਕਰਕੇ ਭਾਰਤੀ ਹੁਕਮਰਾਨਾਂ ਦੀ ਅੱਖ ਦੇ ਵਿੱਚ ਚੁਭਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬਾਦਲ ਆਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰੈਸ ਤੋਂ ਲਏ ਤੇ ਨਾਗਪੁਰ ਪਹੁੰਚਾਤੇ। ਕਹਿੰਦੇ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਜੇ ਤੁਸੀਂ ਇਹ ਨਾ ਕੀਤਾ, ਜਿੰਨੀ ਮਰਜ਼ੀ ਸੱਚੀ ਰਿਪੋਰਟ ਪੇਸ਼ ਕਰ ਦਿਓ, ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੇ ਚੜ੍ਹ ਕੇ ਆਉਣਗੇ। ਕਹਿੰਦੇ ਹੈ ਸਿੱਖੋ, ਇੱਕ ਬਿਰਤੀ ਹੁੰਦੀ ਹੈ ਸ਼ੇਰ ਬਿਰਤੀ, ਇੱਕ ਬਿਰਤੀ ਹੁੰਦੀ ਹੈ ਕੁੱਤਾ ਬਿਰਤੀ। ਤੁਸੀਂ ਸਿੱਖੋ ਸ਼ੇਰ ਬਿਰਤੀ ਧਾਰਨ ਕਰਨੀ ਹੈ। ਸਿੱਖਾਂ ਨੇ ਪੁੱਛਿਆ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ, ਕਹਿੰਦੇ ਮਹਾਰਾਜ ਸ਼ੇਰ ਬਿਰਤੀ ਕੀ ਹੁੰਦੀ ਹੈ, ਕੁੱਤਾ ਬਿਰਤੀ ਕੀ ਹੁੰਦੀ ਹੈ? ਕਹਿੰਦੇ ਜਦੋਂ ਕੋਈ ਕੁੱਤੇ ਦੇ ਡਾਂਗ ਮਾਰੇ ਨਾ ਤੇ ਕੁੱਤਾ ਡਾਂਗ ਫੜਦਾ, ਜਿਹੜਾ ਡਾਂਗ ਮਾਰਦਾ ਹੁੰਦਾ ਨਾ ਉਹਨੂੰ ਨਹੀਂ ਦੇਖਦਾ। ਤੇ ਸ਼ੇਰ ਬਿਰਤੀ ਕੀ ਹੁੰਦੀ ਹੈ? ਕਹਿੰਦੇ ਸ਼ੇਰ ਬਿਰਤੀ ਹੁੰਦੀ ਹੈ ਸ਼ੇਰ ਦੇ ਜਦੋਂ ਕੋਈ ਡਾਂਗ ਮਾਰਦਾ, ਸ਼ੇਰ ਡਾਂਗ ਵੱਲੇ ਨਹੀਂ ਝਾਕਦਾ, ਸ਼ੇਰ ਮਾਰਨ ਵਾਲੇ ਵੱਲ ਨਹੀਂ ਝਾਕਦਾ ਹੈ। ਜਿਹੜਾ ਮਾਰ ਰਿਹਾ ਹੁੰਦਾ ਨਾ ਗੋਲੀ ਜਾਂ ਡਾਂਗ, ਸ਼ੇਰ ਉਸ ਵੱਲ ਵੇਖਦਾ ਹੈ। ਸਿੱਖੋ ਤੁਸੀਂ ਸ਼ੇਰ ਬਿਰਤੀ ਧਾਰਨ ਕਰਨੀ ਹੈ। ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਦਿਨ ਹੋਏ ਤਾਲੇ ਮਾਰ ਦਿੱਤੇ ਗਏ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਲੇ, ਗੇਟ ਨੂੰ ਤਾਲੇ ਨਹੀਂ ਵੱਜੇ, ਉਹ ਪੰਥਕ ਸੰਸਥਾ ਨੂੰ ਤਾਲੇ ਵੱਜੇ ਹੈ। ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਤਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਵਿੱਖ ਦੇ ਵਿੱਚ ਜੇ ਕਿਸੇ ਫੇਰ ਸਿਰ ਫੇਰੇ ਨੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ 'ਚ ਨਾ ਬੈਠੇ ਰਹੋ ਜੇ, ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਹੀਰਾ ਕੱਤ ਕੇ ਆਇਓ। ਹਿੰਦੁਸਤਾਨ ਦੇ ਉੱਤੇ ਕੋਈ ਲੋਕਤਾਂਤਰਿਕ ਸਰਕਾਰ ਨਹੀਂ ਹੈ। ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਇਕੱਠੇ ਹੋਣ ਦੀ ਲੋੜ ਇਸ ਕਰਕੇ ਹੈ ਕਿ ਹਿੰਦੁਸਤਾਨ ਦੇ ਉੱਤੇ ਕਾਬਜ਼ ਜਿਹੜੀ ਹੈ ਲੋਕਤਾਂਤਰਿਕ ਸਰਕਾਰ ਨਹੀਂ ਹੈ, ਬਲਕਿ ਈਵੀਐਮ ਦੇ ਰਾਹੀਂ ਕਾਬਜ਼ ਹੋਈ ਸਰਕਾਰ ਹੈ। ਔਰ ਇਹਨੇ ਅਗਲੇ ਪਤਾ ਨਹੀਂ ਕਿੰਨੇ ਕੁ ਸਾਲ ਈਵੀਐਮ ਦੇ ਰਾਹੀਂ ਕਾਬਜ਼ ਰਹਿਣਾ, ਕੋਈ ਪਤਾ ਨਹੀਂ ਹੈ। ਖਤਰਾ ਸਭ ਤੋਂ ਵੱਡਾ ਇਹਨਾਂ ਲੋਕਾਂ ਤੋਂ ਹੈ ਜਿਹੜੇ ਸਾਡੇ ਬਾਣੀ ਦੇ ਅਰਥਾਂ ਦੇ ਅਨਰਥ ਕਰ ਰਹੇ ਹੈ, ਜਿਹੜੇ ਸਾਡੇ ਅਮਰ ਸੰਚਾਰ ਨੂੰ ਰੱਦ ਕਰ ਰਹੇ ਹੈ, ਜਿਹੜੇ ਸਾਡੇ ਨਿਤਨੇਮ ਨੂੰ ਰੱਦ ਕਰ ਰਹੇ ਹੈ। ਸਭ ਤੋਂ ਵੱਡਾ ਖਤਰਾ ਜਿਹੜਾ ਇਹਨਾਂ ਲੋਕਾਂ ਤੋਂ ਹੈ। ਸਾਧ ਸੰਗਤ ਜੀ, ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਵਰ੍ਹਾ ਮਨਾਇਆ ਜਾ ਰਿਹਾ ਹੈ। ਮੈਂ ਇਸ ਮਹਾਨ ਦਿਹਾੜੇ ਦੀਆਂ ਆਪ ਹਾਜ਼ਰੀਨ ਸੰਗਤਾਂ ਨੂੰ ਤੇ ਮੀਡੀਆ ਰਾਹੀਂ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ। ਅੱਜ ਦੇ ਇਸ ਇਕੱਠ ਦੇ ਵਿੱਚ ਮੇਰੇ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਮੇਰੇ ਸਾਥੀ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਿੱਖ ਜਥੇਬੰਦੀਆਂ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਬੈਠੇ ਨੇ। ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਗੱਜ ਕੇ ਫਤਿਹ ਪ੍ਰਵਾਨ ਕਰਿਓ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਵਰ੍ਹਾ ਮਨਾ ਰਹੇ ਹਾਂ ਤੇ ਜਿਨ੍ਹਾਂ ਯੋਧਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਵਿੱਚ ਯੋਗਦਾਨ ਪਾਇਆ, ਜੇ ਅੱਜ ਉਹਨਾਂ ਦਾ ਨਾਂ ਨਾ ਲਿਆ ਜਾਵੇ ਤੇ ਮੈਂ ਸਮਝਦਾ ਇਹ ਅਕਿਰਤ ਘਣਤਾ ਹੋਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਜਾਤ ਪਾਤ ਵਿਰੋਧੀ ਚੇਤਨਤਾ ਦੇ ਵਿੱਚੋਂ ਪੈਦਾ ਹੋਇਆ।
क्योंकि 11 अक्तूबर 1920 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਇੱਕ ਅੰਮ੍ਰਿਤ ਸੰਚਾਰ ਕਰਵਾਇਆ ਤੇ ਉਸ ਅੰਮ੍ਰਿਤ ਸੰਚਾਰ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਜਿਨ੍ਹਾਂ ਨੂੰ ਅਸੀਂ ਦਲਿਤ ਭਾਈਚਾਰਾ ਕਹਿੰਦੇ ਆ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਪਾਨ ਕੀਤਾ। 12 ਅਕਤੂਬਰ ਨੂੰ ਖਾਲਸਾ ਕਾਲਜ ਦੇ ਪ੍ਰੋਫੈਸਰ, ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਦਿਆਰਥੀ ਉਹਨਾਂ ਅੰਮ੍ਰਿਤਧਾਰੀ ਦਲਿਤਾਂ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਸਹਿਤ ਕੜਾਹ ਪ੍ਰਸ਼ਾਦ ਦੀ ਦੇਗ। ਪਰ ਇੱਥੇ ਉਸ ਵਕਤ ਦੇ ਕਾਬਜ਼ ਪੁਜਾਰੀਆਂ ਨੇ ਉਹਨਾਂ ਦੀ ਦੇਗ ਨੂੰ ਪ੍ਰਵਾਨ ਕਰਨੋਂ ਇਨਕਾਰ ਕਰ ਦਿੱਤਾ। ਉਸ ਵੇਲੇ ਮੇਰੀ ਕੌਮ ਦੇ 3 ਯੋਧੇ ਜਥੇਦਾਰ ਕਰਤਾਰ ਸਿੰਘ ਝੱਬਰ, ਜਥੇਦਾਰ ਤੇਜਾ ਸਿੰਘ ਭੁੱਚਰ ਤੇ ਜਥੇਦਾਰ ਤੇਜਾ ਸਿੰਘ ਚੂੜਕਾਨਾ ਇਹ ਬਟਾਲੇ ਦੀ ਧਰਤੀ ਦੇ ਉੱਤੇ ਇੱਕ ਸਮਾਗਮ ਦੇ ਵਿੱਚ ਕਵਿਤਾਵਾਂ ਪੜ੍ਹਨ ਵਾਸਤੇ ਗਏ ਹੋਏ ਸੀ ਤੇ ਸ਼ਾਮ ਨੂੰ ਇਹਨਾਂ ਨੇ ਚੂੜਕਾਣੇ ਵਾਲੀ ਟ੍ਰੇਨ ਫੜਨੀ ਸੀ। ਪਰ ਵਾਹਿਗੁਰੂ ਦਾ ਐਸਾ ਸਬਬ ਹੋਇਆ ਕਿ ਉਹ ਟ੍ਰੇਨ ਜਿਹੜੀ ਸੀ ਇਹਨਾਂ ਯੋਧਿਆਂ ਦੀ ਮਿਸ ਹੋ ਗਈ। ਸਾਰੀ ਰਾਤ ਇਹਨਾਂ ਤਿੰਨਾਂ ਨੇ ਰਾਤ ਜਿਹੜੀ ਸੀ ਉਹ ਬਟਾਲੇ ਸਟੇਸ਼ਨ ਦੇ ਉੱਤੇ ਕੱਟੀ। ਅਗਲੇ ਦਿਨ ਸਵੇਰੇ 6 ਵਜੇ ਅੰਮ੍ਰਿਤਸਰ ਸਾਹਿਬ ਵਾਲੀ ਗੱਡੀ ਆਈ ਤੇ ਇਹਨਾਂ ਤਿੰਨਾਂ ਯੋਧਿਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਗੱਡੀ ਫੜ ਲਈ। ਅਜੇ ਇੱਥੇ ਦਰਬਾਰ ਸਾਹਿਬ ਦੇ ਗੇਟਾਂ ਤੇ ਪਹੁੰਚੇ ਸੀ ਕਿ ਇਹਨਾਂ ਨੂੰ ਪਤਾ ਲੱਗਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੇ ਅੰਮ੍ਰਿਤਧਾਰੀ ਦਲਿਤ ਭਾਈਚਾਰੇ ਦੇ ਲੋਕਾਂ ਦੀ ਦੇਗ ਪ੍ਰਵਾਨ ਕਰਨੋਂ ਇਨਕਾਰ ਕਰ ਦਿੱਤਾ ਹੈ। ਜੁੱਤਿਆਂ ਨੂੰ ਦੁਕਾਨਾਂ ਦੇ ਉੱਤੇ ਸੱਟ ਕੇ ਇਹ ਤਿੰਨੇ ਜਿਹੜੇ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਗਏ। ਪੁੱਛਿਆ ਉਸ ਵਕਤ ਦੇ ਪੁਜਾਰੀਆਂ ਨੂੰ ਕਿ ਕੀ ਗੱਲ ਹੈ ਭਾਈ, ਤੁਸੀਂ ਇਹਨਾਂ ਦੀ ਦੇਗ ਕਿਉਂ ਨਹੀਂ ਪ੍ਰਵਾਨ ਕਰਦੇ? ਉਹਨਾਂ ਨੇ ਇਨਕਾਰ ਕਰ ਦਿੱਤਾ। ਬਹਿਸ ਹੋਈ, ਹੁਕਮਨਾਮਾ ਲਿਆ। ਹੁਕਮਨਾਮੇ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਆਖਿਆ ਕਿ ਇਹ ਜਿਹੜੇ ਦੱਬੇ ਕੁਚਲੇ ਭਾਈਚਾਰੇ ਦੇ ਲੋਕ ਨੇ ਇਹ ਸਤਿਕਾਰ ਤੇ ਮਾਣ ਦੇ ਹੱਕਦਾਰ ਨੇ। ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੋਈ, ਲੇਕਿਨ ਪੁਜਾਰੀਆਂ ਨੇ ਦੇਗ ਜਿਹੜਾ ਸੀ ਉਹ ਛਕਣੋਂ ਇਨਕਾਰ ਕਰ ਦਿੱਤਾ। ਤੇ ਫਿਰ ਸਰਦਾਰ ਕਰਤਾਰ ਸਿੰਘ ਝੱਬਰ ਨੇ ਕਿਹਾ ਕਿ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੀ ਨਹੀਂ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਅਸੀਂ ਭੇਟ ਕਰਾਂਗੇ। ਇਹ ਸਾਰਾ ਜੱਥਾ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੜਾਹ ਪ੍ਰਸ਼ਾਦ ਦੀ ਦੇਗ ਪਹੁੰਚਿਆ ਤੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਪ੍ਰਬੰਧਕ ਪੁਜਾਰੀ ਸੀ ਉਹ ਆਪਣੇ ਘਰਾਂ ਦੇ ਵਿੱਚ ਭੱਜ ਗਏ। ਇਹਨਾਂ ਨੇ ਸੁਨੇਹੇ ਭੇਜੇ ਕਿ ਆਓ ਸਾਡੇ ਨਾਲ ਗੱਲ ਕਰੋ, ਇੱਥੇ ਦੇਗ ਪ੍ਰਵਾਨ ਕਰੋ, ਲੇਕਿਨ ਉਹਨੇ ਘਰੋਂ ਆਉਣੋਂ ਇਨਕਾਰ ਕਰ ਦਿੱਤਾ। ਉਸ ਵਕਤ ਜਥੇਦਾਰ ਕਰਤਾਰ ਸਿੰਘ ਝੱਬਰ ਨੇ 25 ਸਿੰਘਾਂ ਦਾ ਇੱਕ ਜਥਾ ਤਿਆਰ ਕੀਤਾ ਤੇ 25 ਸਿੰਘਾਂ ਦਾ ਜਥਾ ਤਿਆਰ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਜਿਹੜੀ ਸੀ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਸੌਂਪੀ ਤੇ ਉਹਨਾਂ 25 ਸਿੰਘਾਂ ਦੇ ਵਿੱਚੋਂ 10 ਸਿੰਘ ਜਿਹੜੇ ਸੀ ਉਹ ਦਲਿਤ ਭਾਈਚਾਰਿਆਂ ਦੇ ਵਿੱਚੋਂ ਸਨ। ਜਦੋਂ ਪੁਜਾਰੀਆਂ ਨੂੰ ਪਤਾ ਲੱਗਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਜਿਹੜਾ ਹੈ ਜਥੇਦਾਰ ਕਰਤਾਰ ਸਿੰਘ ਝੱਬਰ ਤੇ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸੰਭਾਲ ਲਿਆ ਤੇ ਉਹ ਫਿਰ ਬੁਰਜ ਅਕਾਲੀ ਫੂਲਾ ਸਿੰਘ, ਉੱਥੇ ਨਿਹੰਗ ਸਿੰਘ ਸਾਡੇ ਸਤਿਕਾਰਯੋਗ ਬੈਠੇ ਸੀ, ਉਹਨਾਂ ਕੋਲੇ ਗਏ। 5 ਚਟੰਗੇ 1 ਬਦਾਮਾਂ ਦੀ ਬੋਰੀ ਦੇ ਕੇ ਨਿਹੰਗਾਂ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਅਕਾਲੀਆਂ ਤੋਂ ਕਬਜ਼ਾ ਛੁਡਾਓ। 50 ਨਿਹੰਗ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ, ਲੇਕਿਨ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ, ਉਹ ਸਮਝ ਗਏ। ਰੌਲਾ ਵਧਿਆ, ਡਿਪਟੀ ਕਮਿਸ਼ਨਰ ਨੇ 9 ਮੈਂਬਰੀ ਕਮੇਟੀ ਬਣਾਈ। ਉਸ 9 ਮੈਂਬਰੀ ਕਮੇਟੀ ਦੇ ਵਿੱਚੋਂ 2 ਮੈਂਬਰ ਸਾਡੇ ਸਤਿਕਾਰਯੋਗ ਬੁੱਢਾ ਦਲ ਦੇ ਜਥੇਦਾਰ ਜੀ ਬੈਠੇ ਨੇ, ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ। 9 ਮੈਂਬਰੀ ਕਮੇਟੀ ਦੇ ਵਿੱਚੋਂ 2 ਮੈਂਬਰ ਬੁੱਢਾ ਦਲ ਦੇ ਸ਼ਾਮਲ ਕੀਤੇ ਗਏ ਔਰ ਫੈਸਲਾ ਹੋਇਆ ਕਿ ਜਿੰਨਾ ਚਿਰ ਗੁਰਦੁਆਰਿਆਂ ਦਾ ਪੁਖਤਾ ਪ੍ਰਬੰਧ ਨਹੀਂ ਹੋ ਸਕਦਾ ਉਹਨਾਂ ਚਿਰ ਜਥੇਦਾਰ ਤੇਜਾ ਸਿੰਘ ਭੁੱਚਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲਣਗੇ। ਤੇ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸਮੁੱਚੇ ਪੰਥ ਨੂੰ ਆਵਾਜ਼ ਮਾਰੀ। 15 ਤੇ 16 ਨਵੰਬਰ ਨੂੰ ਵੱਡਾ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਕੀਤਾ ਔਰ ਉਸ ਵੱਡੇ ਇਕੱਠ ਦੇ ਵਿੱਚ ਸਿੱਖ ਡਾਕਟਰ, ਸਿੱਖ ਵਕੀਲ, ਸਿੱਖ ਪ੍ਰੋਫੈਸਰ, ਸਿੱਖ ਵਿਦਿਆਰਥੀ, ਸਿੱਖ ਸਕਾਲਰ, ਸਿੱਖ ਵੈਦ, ਇੱਥੋਂ ਤੱਕ ਕਿ ਸਿੱਖ ਫੌਜੀ ਵੀ ਜਿਹੜੇ ਸੀ ਉਹ ਸ਼ਾਮਲ ਹੋਏ। ਤੇ ਫਿਰ ਜਦੋਂ ਸਾਰੇ ਸਿੱਖ ਫੌਜੀ ਸ਼ਾਮਲ ਹੋਏ
ਤੇ ਉਸ ਇਕੱਠ ਦੇ ਵਿੱਚ ਫਿਰ ਜਥੇਦਾਰ ਤੇਜਾ ਸਿੰਘ ਭੁੱਚਰ, ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ। ਪਰ ਸਰਕਾਰ ਜਿਹੜੀ ਆ ਉਹ ਘਬਰਾ ਗਈ। ਸਰਕਾਰ ਨੇ 2 ਦਿਨ ਪਹਿਲਾਂ ਪਟਿਆਲਾ ਰਿਆਸਤ ਦੇ ਰਾਜੇ ਦੇ ਰਾਹੀਂ 35 ਮੈਂਬਰੀ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ, ਜਿਹਦੇ ਵਿੱਚ 35 ਮੈਂਬਰ ਆਪਣੇ ਵਫਾਦਾਰ ਜਿਹੜੇ ਸੀ ਉਹ ਪਾ ਦਿੱਤੇ, ਸ਼ਾਮਲ ਕਰ ਦਿੱਤੇ। ਪਰ ਸਾਡੇ ਬਜ਼ੁਰਗਾਂ ਦੀ ਸਿਆਣਪ ਦੇਖੋ, ਜਿਸ ਦਿਨ 15 ਤੇ 16 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ, 175 ਕੇ 70 ਮੈਂਬਰ ਜਿਹੜੇ ਸੀ ਉਹ ਚੁਣੇ ਗਏ। ਉਹਨਾਂ 170 ਮੈਂਬਰਾਂ ਦੇ ਵਿੱਚੋਂ ਸਰਕਾਰ ਦੇ 35 ਮੈਂਬਰ ਜਿਹੜੇ ਸੀ ਉਹ ਵੀ ਵਿੱਚ ਮਰਜ ਕਰ ਲਏ ਵੀ ਰੌਲਾ ਨਾ ਪਵੇ, ਸਰਕਾਰ ਨੂੰ ਮੌਕਾ ਨਾ ਮਿਲੇ ਸਾਡੀ ਵਿਰੋਧਤਾ ਕਰਨ ਦਾ। ਇਹ ਸਾਡੇ ਬਜ਼ੁਰਗਾਂ ਦੀ ਇੱਕ ਸਿਆਣਪ ਸੀ, ਸਾਡੇ ਬਜ਼ੁਰਗਾਂ ਦੀ ਸਮਝਦਾਰੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਕਾਇਮ ਹੋਈ ਤੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਸਿਰਫ 2 ਕੰਮ ਜਿਹੜੇ ਆ ਉਹ ਉਲੀਕੇ ਗਏ ਕਰਨ ਦੇ ਲਈ। ਪਹਿਲਾ ਕੰਮ, ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਥ ਨੂੰ ਆਵਾਜ਼ ਮਾਰਦਿਆਂ ਇਹ ਕਰਨ ਵਾਸਤੇ ਕਿਹਾ ਗਿਆ ਕਿ ਤਮਾਮ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਤੇ ਦੂਸਰਾ ਜਿਹੜਾ ਕਾਰਜ ਜਿਹੜਾ ਸੀ ਪੰਥ ਨੂੰ ਸੌਂਪਿਆ ਗਿਆ, ਉਹ ਇਹ ਸੌਂਪਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੇ ਸਹਿਯੋਗ ਦੇ ਨਾਲ ਇਹਨਾਂ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰੂਗੀ, ਜਿਹੜੀ ਮਹੰਤਾਂ ਪੁਜਾਰੀਆਂ ਨੇ ਵਿਗਾੜ ਦਿੱਤੀ ਹੈ। ਤਾਂ ਇਹ 2 ਕਾਰਜ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਏਜੰਡੇ ਦੇ ਉੱਤੇ ਰੱਖੇ ਔਰ ਦੋਨੇ ਕਾਰਜ ਜਿਹੜੇ ਕਰਨ ਦੇ ਲਈ ਮੁਹਿੰਮ ਜਿਹੜੀ ਆ ਉਹ ਵਿੱਢ ਦਿੱਤੀ। ਉਸ ਸਮੇਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਰੋਧਤਾ ਸ਼ੁਰੂ ਹੋ ਗਈ। ਪੁਜਾਰੀਆਂ ਨੇ ਪਿੰਡ ਜਾ ਕੇ ਹੋਕੇ ਦਿੱਤੇ ਕਿ ਉਹ ਲੋਕੋ ਧਿਆਨ ਦੇ ਨਾਲ ਸੁਣੋ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦਲਿਤਾਂ ਦਾ ਕਬਜ਼ਾ ਹੋ ਗਿਆ। ਪਿੰਡਾਂ ਦੇ ਵਿੱਚੋਂ ਜਿਹੜੇ ਉੱਚ ਜਾਤੀ ਅਭਿਮਾਨੀ ਲੋਕ ਸੀ ਉਹ ਇਕੱਠੇ ਹੋ ਕੇ ਆਏ। ਜਥੇਦਾਰ ਤੇਜਾ ਸਿੰਘ ਭੁੱਚਰ ਨੇ ਉਹਨਾਂ ਨੂੰ ਸਮਝਾਇਆ ਔਰ ਹੈਰਾਨੀ ਦੀ ਗੱਲ ਕਿ ਜਿਹੜੇ ਲੋਕ ਪੁਜਾਰੀਆਂ ਦੇ ਬਹਿਕਾਵੇ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਠੇ ਹੋ ਕੇ ਕਬਜ਼ਾ ਛਡਾਉਣ ਵਾਸਤੇ ਆਏ ਸੀ, ਉਹਨਾਂ ਵਿੱਚੋਂ ਜਥੇਦਾਰ ਤੇਜਾ ਸਿੰਘ ਭੁੱਚਰ ਤੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ 15 ਨੌਜਵਾਨ ਜਿਹੜੇ ਸੀ ਆਪਣੀ ਸੈਨਾ 'ਚ ਭਰਤੀ ਕਰ ਲਏ, ਜਥੇ 'ਚ ਭਰਤੀ ਕਰ ਲਏ। ਫਿਰ ਪੁਜਾਰੀਆਂ ਨੇ ਜਿਹੜਾ ਸੀ ਜਦੋਂ ਦੇਖਿਆ ਕਿ ਇਹ ਵੀ ਸਾਡੀ ਗੱਲ ਦਾਲ ਨਹੀਂ ਗਲੀ, ਸਾਡੀ ਗੱਲ ਨਹੀਂ ਗਲੀ, ਫਿਰ ਪੁਜਾਰੀਆਂ ਨੇ ਅੰਮ੍ਰਿਤਸਰ ਸਾਹਿਬ ਦੇ ਗੁੰਡਿਆਂ ਨੂੰ ਜਿਹੜਾ ਸੀ ਖਰੀਦਿਆ ਕਿ ਜਾ ਕੇ ਅਕਾਲੀਆਂ ਤੋਂ ਕਬਜ਼ਾ ਛੁਡਾਓ। ਤੇ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਡਾਇਰੀ ਇਹ ਦੱਸਦੀ ਹੈ ਕਿ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਉਸ ਵਕਤ ਅਕਾਲੀ ਵਰਕਰਾਂ ਨੂੰ ਕਿਹਾ ਉਸ ਵਕਤ ਕਿ ਜਿਹੜਾ ਇਹ ਕਹਿੰਦਾ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਅਸੀਂ ਲੈਣਾ ਹੈ, ਡਾਂਗਾਂ ਦੇ ਨਾਲ ਉਹਦਾ ਮੂੰਹ ਭੰਨ ਦਿਓ। ਤੇ ਅੰਮ੍ਰਿਤਸਰ ਦੇ ਬਾਜ਼ਾਰ ਦੇ ਵਿੱਚੋਂ 100 ਡਾਂਗਾਂ ਜਿਹੜੀਆਂ ਸੀ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁੰਡਿਆਂ ਦਾ ਟਾਕਰਾ ਕਰਨ ਵਾਸਤੇ ਖਰੀਦੀਆਂ। ਇੱਥੇ ਹੀ ਬਸ ਨਹੀਂ ਕੀਤਾ, ਜਥੇਦਾਰ ਤੇਜਾ ਸਿੰਘ ਭੁੱਚਰ ਨੇ ਪਿੰਡ ਸਿੱਖ ਸੰਗਤਾਂ ਨੂੰ ਚੇਤੰਨ ਕਰਨ ਵਾਸਤੇ 2 ਅਖਬਾਰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ, ਇੱਕ ਗੜਗੱਜ ਅਕਾਲੀ ਤੇ ਦੂਜਾ ਬੱਬਰ ਅਕਾਲੀ। ਇਹ 2 ਅਖਬਾਰ ਜਿਹੜੇ ਸੀ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਚਾਲੂ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਔਰ ਇਹਨਾਂ ਦੋਨਾਂ ਅਖਬਾਰਾਂ ਨੇ ਸਿੱਖ ਸੰਗਤਾਂ ਦੇ ਅੰਦਰ ਇੱਕ ਨਵਾਂ ਜੋਸ਼ ਤੇ ਪ੍ਰਚਾਰ ਪ੍ਰਸਾਰ ਜਿਹੜਾ ਸੀ ਉਹ ਕਰਕੇ ਇੱਕ ਚੇਤਨਾ ਭਰਨ ਦਾ ਕਾਰਜ ਕੀਤਾ। ਲੋਕ ਵੱਧ ਤੋਂ ਵੱਧ ਸਿੱਖ ਜਿਹੜੇ ਪੁਜਾਰੀਆਂ ਦੇ ਬਹਿਕਾਵੇ ਦੇ ਵਿੱਚ ਆਏ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਨੇ ਸ਼ੁਰੂ ਹੋ ਗਏ। ਹੋਰ ਵਲੰਟੀਅਰਾਂ ਦੀ ਲੋੜ ਪਈ, ਜਦੋਂ ਵਲੰਟੀਅਰਾਂ ਦੀ ਲੋੜ ਪਈ ਔਰ ਇੱਕ ਸਿਆਸੀ ਮਜ਼ਬੂਤ ਧੜਾ ਬਣਾਉਣ ਦੀ ਲੋੜ ਪਈ ਤਾਂ ਜਥੇਦਾਰ ਤੇਜਾ ਸਿੰਘ ਭੁੱਚਰ ਨੇ 1 ਮਹੀਨੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ। ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਹਰ ਨੇ ਬਿਲਕੁਲ ਦਰੁਸਤ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਹੈ। ਕੋਈ ਇਹਦੇ ਵਿੱਚ 2 ਰਾਵਾਂ ਨਹੀਂ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਰ ਤੋਂ ਮੁੜ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਹ ਨਹੀਂ ਕਿ ਅੱਜ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਆਪਣੇ ਜਨਮ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਆ ਰਹੀ ਹੈ, ਮੁਕਾਬਲਾ ਕਰਦਾ ਆ ਰਹੀ ਹੈ। 84 ਦੇ ਵਿੱਚ ਭਾਰਤ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਆਪਣੇ ਜ਼ਰ ਖਰੀਦਾਂ ਦੇ ਰਾਹੀਂ, ਪਰ ਕਾਮਯਾਬ ਨਾ ਹੋ ਸਕੀ ਕਿਉਂਕਿ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਜਿਹੜੇ ਸਨ ਬੜੇ ਚੇਤੰਨ ਸਨ। ਉਹਨਾਂ ਨੇ ਭਾਰਤ ਸਰਕਾਰ ਦੀ ਦਾਲ ਨਹੀਂ ਗਲਣ ਦਿੱਤੀ। ਕਿਉਂ ਤੋੜਨਾ ਚਾਹੁੰਦੀ ਹੈ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ? ਸਵਾਲ ਪੈਦਾ ਹੁੰਦਾ ਹੋਊਗਾ
ਕਿਉਂ ਤੋੜਨਾ ਚਾਹੁੰਦੀ ਹੈ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ? ਕਿਉਂ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਮੰਦਰਾਂ ਵਾਂਗ ਕਰਨਾ ਚਾਹੁੰਦੀ ਹੈ, ਟਰਸਟ ਬਣਾ ਕੇ, ਬੋਰਡ ਬਣਾ ਕੇ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਟੇਟ ਦੇ ਅੰਦਰ ਇੱਕ ਸਟੇਟ ਹੈ, ਭਾਰਤ ਦੇ ਅੰਦਰ ਇੱਕ ਸਟੇਟ ਹੈ, ਆਜ਼ਾਦ ਸਟੇਟ ਦਾ ਰੁਤਬਾ ਰੱਖਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਸ ਕਰਕੇ ਭਾਰਤੀ ਹੁਕਮਰਾਨਾਂ ਦੀ ਅੱਖ ਦੇ ਵਿੱਚ ਚੁਭਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ੍ਰੀ ਅਕਾਲ ਤਖਤ ਇਹ ਸਿੱਖ ਚੇਤਨਾ ਦਾ ਹਿੱਸਾ ਹੈ। ਸਾਧ ਸੰਗਤ ਜੀ, ਸਿੱਖ ਚੇਤਨਾ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਕੋਈ ਦੁਨਿਆਵੀ ਕੋਰਟ ਵਾਂਗ ਕੋਰਟ ਨਹੀਂ ਹੈ। ਇੱਥੇ ਕਿਸੇ ਨੂੰ ਸਜ਼ਾਵਾਂ ਨਹੀਂ ਮਿਲਦੀਆਂ। ਇੱਥੇ ਜਿਹੜਾ ਵੀ ਆ ਕੇ ਨਿਮੋ ਝੂਣਾ ਹੋ ਕੇ ਝੁਕ ਕੇ ਮਾਫੀ ਮੰਗਦਾ ਆਪਣੇ ਗੁਨਾਹਾਂ ਦੀ, ਉਹਨੂੰ ਮਾਫੀ ਮਿਲਦੀ ਹੈ। ਕਿਉਂ? ਕਿਉਂਕਿ ਇਹ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ। ਇਹ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ। ਅੱਜ ਅਸੀਂ ਕੀ ਦੇਖ ਰਹੇ ਹਾਂ? ਅੱਜ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ। ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਵਾਰੀ ਸਿੱਖਾਂ ਨੂੰ ਕਿਹਾ ਸੀ, ਕਹਿੰਦੇ ਹੈ ਸਿੱਖੋ, ਇੱਕ ਬਿਰਤੀ ਹੁੰਦੀ ਹੈ ਸ਼ੇਰ ਬਿਰਤੀ, ਇੱਕ ਬਿਰਤੀ ਹੁੰਦੀ ਹੈ ਕੁੱਤਾ ਬਿਰਤੀ। ਤੁਸੀਂ ਸਿੱਖੋ ਸ਼ੇਰ ਬਿਰਤੀ ਧਾਰਨ ਕਰਨੀ ਹੈ। ਸਿੱਖਾਂ ਨੇ ਪੁੱਛਿਆ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ, ਕਹਿੰਦੇ ਮਹਾਰਾਜ ਸ਼ੇਰ ਬਿਰਤੀ ਕੀ ਹੁੰਦੀ ਹੈ, ਕੁੱਤਾ ਬਿਰਤੀ ਕੀ ਹੁੰਦੀ ਹੈ? ਕਹਿੰਦੇ ਜਦੋਂ ਕੋਈ ਕੁੱਤੇ ਦੇ ਡਾਂਗ ਮਾਰੇ ਨਾ ਤੇ ਕੁੱਤਾ ਡਾਂਗ ਫੜਦਾ, ਜਿਹੜਾ ਡਾਂਗ ਮਾਰਦਾ ਹੁੰਦਾ ਨਾ ਉਹਨੂੰ ਨਹੀਂ ਦੇਖਦਾ। ਤੇ ਸ਼ੇਰ ਬਿਰਤੀ ਕੀ ਹੁੰਦੀ ਹੈ? ਕਹਿੰਦੇ ਸ਼ੇਰ ਬਿਰਤੀ ਹੁੰਦੀ ਹੈ ਸ਼ੇਰ ਦੇ ਜਦੋਂ ਕੋਈ ਡਾਂਗ ਮਾਰਦਾ, ਸ਼ੇਰ ਡਾਂਗ ਵੱਲੇ ਨਹੀਂ ਝਾਕਦਾ, ਸ਼ੇਰ ਮਾਰਨ ਵਾਲੇ ਵੱਲ ਨਹੀਂ ਝਾਕਦਾ ਹੈ। ਜਿਹੜਾ ਮਾਰ ਰਿਹਾ ਹੁੰਦਾ ਨਾ ਗੋਲੀ ਜਾਂ ਡਾਂਗ, ਸ਼ੇਰ ਉਸ ਵੱਲ ਵੇਖਦਾ। ਸਿੱਖੋ ਤੁਸੀਂ ਸ਼ੇਰ ਬਿਰਤੀ ਧਾਰਨ ਕਰਨੀ ਹੈ। ਤੁਸੀਂ ਇਹ ਨਹੀਂ ਦੇਖਣਾ ਕਿ ਸਾਡੇ ਤੇ ਹਮਲਾਵਰ ਹੋਣ ਆਏ ਅੱਗੇ ਕੌਣ ਨੇ, ਬਲਕਿ ਇਹ ਦੇਖੋ ਕਿ ਉਹਨਾਂ ਨੂੰ ਭੇਜਣ ਵਾਲੇ ਕੌਣ ਨੇ, ਉਹਨਾਂ ਨੂੰ ਇੱਥੇ ਘੱਲਣ ਵਾਲੇ ਕੌਣ ਨੇ। ਅੱਜ ਸਾਨੂੰ ਫਿਰ ਚੁਣੌਤੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਬਹੁਤ ਵਕਤ ਹੋ ਗਿਆ, ਮੈਂ ਬਹੁਤਾ ਲੰਬਾ ਸਮਾਂ ਨਹੀਂ ਲੈਣਾ। ਮੈਂ ਦੋ ਗੱਲਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ। ਇੱਕ ਮੈਂ ਕਹਿਣਾ ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁੱਤਰ ਹੈ। ਜਿਵੇਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਮਾਂ ਹੈ, ਸ਼੍ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਵਰ੍ਹੇਗੰਢ ਵੀ ਮਨਾਉਣ ਜਾ ਰਿਹਾ ਦਸੰਬਰ ਦੇ ਮਹੀਨੇ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਬੈਠੇ ਨੇ। ਸ਼੍ਰੋਮਣੀ ਅਕਾਲੀ ਦਲ ਪੰਜਾਬ ਟੂ ਪੰਥ ਸਫ਼ਰ ਜਿਹੜਾ ਹੈ ਉਹ ਪ੍ਰਾਰੰਭ ਕਰ ਦੇਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ। ਦੂਸਰੀ ਗੱਲ, ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਦਿਨ ਹੋਏ ਤਾਲੇ ਮਾਰ ਦਿੱਤੇ ਗਏ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਲੇ, ਗੇਟ ਨੂੰ ਤਾਲੇ ਨਹੀਂ ਵੱਜੇ, ਉਹ ਪੰਥਕ ਸੰਸਥਾ ਨੂੰ ਤਾਲੇ ਵੱਜੇ ਹੈ। ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਤਰਾਂ ਨੂੰ ਕਹਿਣਾ ਚਾਹੁੰਦਾ ਕਿ ਭਵਿੱਖ ਦੇ ਵਿੱਚ ਜੇ ਕਿਸੇ ਫੇਰ ਸਿਰ ਫੇਰੇ ਨੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ 'ਚ ਨਾ ਬੈਠੇ ਰਹੋ ਜੇ, ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਹੀਰਾ ਕੱਤ ਕੇ ਆਇਓ, ਤਾਂ ਕਿ ਕੋਈ ਦੁੱਕੀ ਤੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੇਟਾਂ ਨੂੰ ਤਾਲੇ ਮਾਰਨ ਦੀ ਹਿੰਮਤ ਨਾ ਕਰ ਸਕੇ। ਅੱਜ ਅਸੀਂ ਕੀ ਦੇਖ ਰਹੇ ਹਾਂ? ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਸਵਾਲ ਹੈ, ਜਵਾਬ ਲੈਣਾ ਚਾਹੁੰਦੀਆਂ ਨੇ ਸਿੱਖ ਸੰਗਤਾਂ। ਜਿਹੜਾ ਸਿੱਖ ਸੰਗਤਾਂ ਜਵਾਬ ਲੈਣਾ ਚਾਹੁੰਦੀਆਂ ਨੇ ਬਿਲਕੁਲ ਦਰੁਸਤ ਹੈ, ਪਰ ਜਿਹੜੇ ਵਿਰੋਧੀ ਜਵਾਬ ਲੈਣਾ ਚਾਹੁੰਦੇ ਨੇ, ਜਵਾਬ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਦੇਣ ਲਈ ਸਮਰੱਥ ਹੈ, ਲੇਕਿਨ ਉਹਨਾਂ ਦਾ ਸਵਾਲ ਕਰਨ ਦਾ ਤਰੀਕਾ ਗਲਤ ਹੈ। ਉਹ ਢੰਗ ਨਾਲ ਸਵਾਲ ਕਰੇ, ਉਹਨਾਂ ਨੂੰ ਢੰਗ ਨਾਲ ਜਵਾਬ ਜਿਹੜੇ ਹੈ ਉਹ ਦਿੱਤੇ ਜਾਣਗੇ। ਸਿੱਖ ਸੰਗਤ ਕੀ ਜਾਣਨਾ ਚਾਹੁੰਦੀ ਹੈ? ਪਿੰਡਾਂ ਕਸਬਿਆਂ ਦੇ ਵਿੱਚ ਅਕਾਲੀ ਵਰਕਰ ਮਿਲਦੇ ਨੇ, ਉਹ ਵੀ ਸਵਾਲ ਕਰਦੇ ਨੇ, ਪੁੱਛਦੇ ਨੇ। ਪਿੰਡਾਂ ਵਿੱਚ ਜਾਂਦੇ ਆ, ਸੰਗਤਾਂ ਸਾਨੂੰ ਪੁੱਛਦੀਆਂ ਨੇ 328 ਸਰੂਪਾਂ ਬਾਰੇ, ਕੀ ਮਾਮਲਾ ਹੈ ਜੀ? ਤਾਂ ਹੋਇਆ ਕੀ ਹੈ? ਇਹ ਜਾਣਨਾ ਚਾਹੁੰਦੀ ਹੈ ਸਿੱਖ ਸੰਗਤ। ਇਹ ਪ੍ਰਬੰਧਕੀ ਮਾਮਲਾ ਹੈ, ਇਹ ਕਰਪਸ਼ਨ ਦਾ ਮਾਮਲਾ ਹੈ। ਕੁਝ ਮੁਲਾਜ਼ਮਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਹੈ ਸੰਗਤਾਂ ਨੂੰ ਦਿੱਤੇ, ਗੁਰਦੁਆਰਾ ਕਮੇਟੀਆਂ ਨੂੰ ਦਿੱਤੇ, ਲੇਕਿਨ ਉਹਦੀ ਭੇਟਾ ਜਿਹੜੀ ਹੈ ਗੁਰਦੁਆਰਾ ਫੰਡਾਂ ਦੇ ਵਿੱਚ ਜਮ੍ਹਾਂ ਨਹੀਂ ਕਰਵਾਈ। ਇਹ ਘਪਲਾ ਹੈ ਬਹੁਤ ਵੱਡਾ। ਲੇਕਿਨ ਬਣਾਇਆ ਕੀ ਜਾ ਰਿਹਾ? ਬਣਾਇਆ ਧਾਰਮਿਕ ਮਸਲਾ ਬਣਾਇਆ ਜਾ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਣਾਇਆ ਜਾ ਰਿਹਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਐਡਜੈਕਟਿਵ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਇਹ ਜਿਹੜੇ 267 ਸਰੂਪ ਨੇ ਰਿਕਾਰਡ ਦੇ ਵਿੱਚੋਂ ਕੱਟ ਇਹਨਾਂ ਦੀ ਪੜਤਾਲ ਕਰੇ, ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਵੇਲੇ ਇੱਕ ਜੱਜ ਬੀਬੀ ਨੂੰ ਲਾ ਕੇ ਪੜਤਾਲੀਆ ਕਮਿਸ਼ਨ ਬਣਾਇਆ। ਉਹ ਬੀਬੀ ਜਿਹੜੀ ਸੀ ਜਵਾਬ ਦੇ ਗਈ, ਮੈਂ ਪੜਤਾਲ ਨਹੀਂ ਕਰ ਸਕਦੀ।
ਫਿਰ ਭਾਈ ਈਸਰ ਸਿੰਘ ਨੂੰ ਪੜਤਾਲ ਸੌਂਪੀ ਗਈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਸਾਡੀ ਕਮੈਂਟਮੈਂਟ ਹੋਈ, ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ। ਈਸਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਅਸੀਂ ਪੜਤਾਲ ਕਰਾਂਗੇ, ਪਰ ਜਿਹੜਾ ਵੀ ਦੋਸ਼ੀ ਹੋਇਆ ਵੱਡੇ ਤੋਂ ਵੱਡਾ ਅਸੀਂ ਉਹਦੇ ਨਾਂ ਲਿਖਾਂਗੇ, ਤੁਸੀਂ ਕਾਰਵਾਈ ਜ਼ਰੂਰ ਕਰਿਓ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਹਿੰਦੇ ਆ ਕਿ ਉਹਨਾਂ ਨੂੰ ਕਿਹਾ ਗਿਆ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੁਸੀਂ ਜਾਂਚ ਕਰੋ, ਪੜਤਾਲ ਕਰੋ, ਵੱਡੇ ਤੋਂ ਵੱਡਾ ਜਿਹੜਾ ਕੋਈ ਦੋਸ਼ੀ ਪਾਇਆ ਗਿਆ, ਚਾਹੇ ਕੋਈ ਅਧਿਕਾਰੀ ਹੋਵੇ, ਕੋਈ ਕਰਮਚਾਰੀ ਹੋਵੇ, ਕੋਈ ਲੀਡਰ ਹੋਵੇ, ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਪਰ ਇੱਕ ਗੱਲ ਚੇਤੇ ਰੱਖਿਓ, ਸਬੂਤ ਹੋਣੇ ਚਾਹੀਦੇ ਨੇ, ਐਵੀਡੈਂਸ ਹੋਣੇ ਚਾਹੀਦੇ ਨੇ। ਕਹਿੰਦਾ ਠੀਕ ਹੈ। ਪੜਤਾਲ ਮੁਕੰਮਲ ਹੋਈ। ਪੜਤਾਲ ਮੁਕੰਮਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੜਤਾਲ ਸੌਂਪੀ, ਉਹਨਾਂ ਨੇ ਵੈਬਸਾਈਟ ਤੇ ਪਾਈ ਹੈ। ਅੱਜ ਪੁੱਛਦੇ ਨੇ 328 ਸਰੂਪ ਕਿੱਥੇ ਨੇ? ਪੜ੍ਹ ਲਓ ਪੜਤਾਲ, ਰਿਪੋਰਟ ਪੜ੍ਹੋ ਕਿੱਥੇ ਹੈ। ਉਹ ਪਿੰਡਾਂ ਦੇ ਵਿੱਚ ਸੰਗਤਾਂ ਪਾਸ ਗਏ ਨੇ, ਗੁਰਦੁਆਰਾ ਕਮੇਟੀਆਂ ਪਾਸ ਗਏ ਨੇ। 2008 ਤੋਂ ਪਹਿਲਾਂ ਭਾਈ ਚਤਰ ਸਿੰਘ, ਜੀਵਨ ਸਿੰਘ ਸਰੂਪ ਛਾਪਦੇ ਰਹੇ ਨੇ। ਜੇ ਅੱਜ ਉਹਨਾਂ ਨੂੰ ਜਾ ਕੇ ਪੁੱਛੀਏ ਕਿ ਤੁਸੀਂ 100 ਸਾਲ ਤੋਂ ਸਰੂਪ ਛਾਪ ਰਹੇ ਹੋ, ਕਿੱਥੇ ਦਿੱਤੇ ਆ ਸਰੂਪ ਤੁਸੀਂ? ਭਾਈ ਜਵਾਹਰ ਸਿੰਘ ਐਂਡ ਸੰਜ਼ ਵਾਲੇ ਜਿਹੜੇ ਨੇ ਉਹ ਪਾਵਨ ਸਰੂਪ ਛਾਪਦੇ ਰਹੇ ਨੇ। ਉਹਨਾਂ ਨੂੰ ਪੁੱਛੀਏ ਜਾ ਕੇ ਕਿ ਤੁਸੀਂ ਪਾਵਨ ਸਰੂਪ ਕਿੱਥੇ ਕਿੱਥੇ ਦਿੱਤੇ ਨੇ, ਕੀ ਰਿਕਾਰਡ ਆ ਉਹਨਾਂ ਕੋਲੇ? ਆ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਲਵੀਰ ਸਿੰਘ ਬੈਠੇ ਨੇ। ਇਹ ਗੁਟਕਾ ਸਾਹਿਬ ਇਹਨਾਂ ਨੇ ਛਾਪੇ ਨੇ। ਦਾਸ ਨੂੰ ਵੀ ਭੇਟ ਕੀਤਾ ਬੰਦੀ ਛੋੜ ਦਿਵਸ ਵਾਲੇ ਦਿਨ। ਇਹ ਸੰਗਤਾਂ ਨੂੰ ਭੇਟ ਕਰ ਰਹੇ ਨੇ। ਕੱਲ ਨੂੰ ਇਹਨਾਂ ਨੂੰ ਕੋਈ ਪੁੱਛੇ ਆ ਕੇ ਕਿ ਦੱਸੋ ਕਿੱਥੇ ਕਿੱਥੇ ਗੁਟਕਾ ਸਾਹਿਬ ਦਿੱਤੇ ਨੇ, ਕਿੱਥੇ ਦਿੱਤੇ ਨੇ, ਕੀ ਦੱਸਣਗੇ ਇਹ? ਦਮਦਮੀ ਟਕਸਾਲ ਗੁਟਕਾ ਸਾਹਿਬ ਛਾਪ ਕੇ ਵੰਡਦੀ ਹੈ, ਸੰਗਤਾਂ ਨੂੰ ਦਿੰਦੀ ਹੈ, ਭੇਟਾ ਰਹਿਤ ਦਿੰਦੀ ਹੈ। ਤੇ ਦਮਦਮੀ ਟਕਸਾਲ ਨੂੰ ਕੋਈ ਪੁੱਛੇ ਕਿ ਤੁਸੀਂ ਗੁਟਕਾ ਸਾਹਿਬ ਜਿਹੜੇ ਨੇ ਦਿੱਤੇ ਨੇ, ਕਿੱਥੇ ਕਿੱਥੇ ਦਿੱਤੇ ਨੇ, ਕਿੱਥੋਂ ਕਿੱਥੋਂ ਰਿਕਾਰਡ ਲੱਭ ਕੇ ਦੇਣਗੇ ਇਹ? ਇਸੇ ਤਰ੍ਹਾਂ ਇਹ ਜਿਹੜੇ ਪਾਵਨ ਸਰੂਪ ਇਹ ਰਿਕਾਰਡ ਦੇ ਵਿੱਚੋਂ ਘਟੇ ਨੇ। ਇਹਨਾਂ ਦੀ ਪੈਸੇ ਖਾਦੇ ਨੇ, ਬੇਈਮਾਨੀ ਕੀਤੀ ਹੈ ਮੁਲਾਜ਼ਮਾਂ ਨੇ। ਤੇ ਜਿਹੜੇ ਮੁਲਾਜ਼ਮਾਂ ਨੇ ਬੇਈਮਾਨੀ ਕੀਤੀ ਹੈ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਸਪੈਂਡ ਕੀਤਾ ਹੈ, ਉਹਨਾਂ ਨੂੰ ਸਸਪੈਂਡ ਕੀਤਾ ਹੋਇਆ। ਅੱਜ ਕਹੀ ਜਾ ਰਹੇ ਨੇ ਕਿੱਥੇ ਨੇ ਸਰੂਪ, ਕਿੱਥੇ ਨੇ ਸਰੂਪ। ਮੈਂ ਜਦੋਂ ਪੜਤਾਲ ਚੱਲਦੀ ਸੀ ਨਾ, ਤੇ ਇੱਕ ਪਦਰਪੁਰਸ਼ ਵਿਦਵਾਨ ਮੇਰੇ ਕੋਲੇ ਆਇਆ, ਕਹਿਣ ਲੱਗਿਆ ਜੀ ਇੱਕ ਗੱਲ ਦੱਸਾਂ। ਮੈਂ ਕਿਹਾ ਦੱਸੋ। ਕਹਿੰਦਾ ਜਿੰਨੇ ਮਰਜ਼ੀ ਰਜਿਸਟਰ ਫਰੋਲੀ ਜਾਣ, ਸਵੇਰੇ 6 ਵਜੇ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗਵਾਹ ਨੇ, ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪੜਤਾਲ ਚੱਲਦੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਰਜਿਸਟਰ ਫਰੋਲੇ ਜਾਂਦੇ ਸੀ। ਉਹ ਮਹਾਤਮਾ, ਉਹ ਪਦਰਪੁਰਸ਼ ਕਹਿਣ ਲੱਗਿਆ, ਕਹਿੰਦਾ ਜੀ ਇੰਨੇ ਰਜਿਸਟਰ ਫਰੋਲਣ ਦੀ ਲੋੜ ਨਹੀਂ ਹੈ, ਇੰਨੇ ਰਜਿਸਟਰ ਫਰੋਲਣ ਦੀ ਲੋੜ ਨਹੀਂ ਹੈ। ਤੁਸੀਂ ਜਾਂਚ ਰਿਪੋਰਟ ਦੇ ਵਿੱਚ ਇੱਕ ਸ਼ਬਦ ਲਿਖ ਦਿਓ, ਫਿਰ ਕਹਿੰਦਾ ਇਹ ਕਿਹਾ ਜਾਊਗਾ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦਾ ਸਿੱਖ ਪੰਥ ਦੀ ਸ਼ਾਨ ਹੈ। ਮੈਂ ਕਿਹਾ ਕਿਹੜਾ ਸ਼ਬਦ ਲਿਖ ਦਈਏ ਪੜਤਾਲ ਰਿਪੋਰਟ ਦੇ ਵਿੱਚ? ਇੱਕ ਕਹਿੰਦਾ ਇੱਕੋ ਸ਼ਬਦ ਲਿਖ ਦਿਓ ਕਿ ਬਾਦਲ ਆਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰੈਸ ਤੋਂ ਲਏ ਤੇ ਨਾਗਪੁਰ ਪਹੁੰਚਾਤੇ। ਕਹਿੰਦੇ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਜੇ ਤੁਸੀਂ ਇਹ ਨਾ ਕੀਤਾ, ਜਿੰਨੀ ਮਰਜ਼ੀ ਸੱਚੀ ਰਿਪੋਰਟ ਪੇਸ਼ ਕਰ ਦਿਓ, ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੇ ਚੜ੍ਹ ਕੇ ਆਉਣਗੇ। ਔਰ ਉਹੀ ਗੱਲ ਹੋਈ, ਉਹਦੀ ਸੱਚੀ ਗੱਲ ਹੋਈ। ਸੱਚੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਬਮਿਟ ਹੋਈ, ਲੇਕਿਨ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਚੜ੍ਹ ਕੇ ਆਏ। ਧਰਨੇ ਲਾਉਣੇ ਨੇ ਲੀਡਰਾਂ ਦੇ ਬੂਹਿਆਂ ਮੂਹਰੇ ਲਾਓ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਬੂਹੇ ਮੂਹਰੇ ਕਾਹਦੇ ਧਰਨੇ ਬਈ? ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਹੈ, ਜਿੱਥੋਂ ਜਦੋਂ ਅਸੀਂ ਇੱਥੇ ਤਲਵਾਰਾਂ ਲਹਿਰਾ ਕੇ ਜਕਾਰੇ ਛੱਡਦੇ ਹਾਂ, ਦੁਨੀਆ ਦੇ ਸਿੱਖ ਨਹੀਂ ਵੇਖਦੇ ਸਾਡੇ ਜਕਾਰਿਆਂ ਨੂੰ ਤੇ ਸਾਡੀਆਂ ਲਹਿਰਾਈਆਂ ਤਲਵਾਰਾਂ ਨੂੰ। ਹਿੰਦੂ ਵੀ ਵੇਖਦੇ ਨੇ, ਮੁਸਲਮਾਨ ਵੀ ਵੇਖਦੇ ਨੇ। ਸਾਡਾ ਕੀ ਪ੍ਰਭਾਵ ਜਾਂਦਾ ਹੈ? ਗੁਰੂ ਰਾਮਦਾਸ ਪਾਤਸ਼ਾਹ ਦੀ ਦਰ ਦੇ ਉੱਤੇ ਪ੍ਰਕਰਮਾਂ ਦੇ ਵਿੱਚ ਜਦੋਂ ਅਸੀਂ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਉਣੇ ਆ, ਤੇ ਸਾਡਾ ਮੀਡੀਆ ਦੁਨੀਆ 'ਚ ਪਹੁੰਚਾਉਂਦਾ ਹੈ। ਕੀ ਸਿੱਖ ਵੇਖਦੇ ਨੇ, ਮੁਸਲਮਾਨ ਵੀ ਵੇਖਦੇ ਨੇ, ਹਿੰਦੂ ਵੀ ਵੇਖਦੇ ਨੇ, ਉੱਥੇ ਜੈਨੀ ਵੀ ਵੇਖਦੇ ਨੇ, ਸਾਡਾ ਮਜ਼ਾਕ ਉਡਾਉਂਦੇ ਨੇ। ਤੇ ਇਹ ਲੋਕ ਸਾਡਾ ਮਜ਼ਾਕ ਬਣਾ ਰਹੇ ਨੇ। ਅੱਜ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਦੀ। ਮੈਂ ਇੱਕ ਵਾਰੀ ਫੇਰ ਇਹ ਸ਼ਬਦ ਕਹਿਣਾ ਚਾਹਾਂਗਾ ਕਿ ਸ਼ੇਰ ਬਿਰਤੀ ਧਾਰਨ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਸ਼ੇਰ ਬਿਰਤੀ ਧਾਰਨ ਕਰੋ। ਤੁਸੀਂ ਇਹਨਾਂ ਲੋਕਾਂ ਨੂੰ ਨਾ ਵੇਖੋ, ਉਹਨਾਂ ਨੂੰ ਵੇਖੋ ਜਿਹੜੇ ਇਹਨਾਂ ਨੂੰ ਭੇਜ ਰਹੇ ਆ, ਉਹਨਾਂ ਨੂੰ ਜਾਣਨ ਦਾ ਯਤਨ ਕਰੋ ਜਿਹੜੇ ਇਹਨਾਂ ਨੂੰ ਬਿਠਾ ਰਹੇ ਆ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ। ਤਾਂ ਮੈਂ ਅੰਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਅੱਜ ਟੈਕਨੋਲੋਜੀ ਦਾ ਯੁੱਗ ਹੈ। ਸਾਰਾ ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ, ਸਾਡੀਆਂ ਜਿੰਨੀਆਂ ਵੀ ਪੰਥਕ ਕਿਤਾਬਾਂ ਪੁਸਤਕਾਂ ਲਿਖੀਆਂ ਨੇ, ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਦੇ ਉੱਤੇ ਅਪਲੋਡ ਕੀਤਾ ਜਾਏ ਆਉਣ ਵਾਲੇ 1 ਸਾਲ ਦੇ ਅੰਦਰ ਅੰਦਰ, ਤਾਂ ਕਿ ਜਿਸ ਸਿੱਖ ਨੂੰ ਵੀ ਦੁਨੀਆ ਭਰ ਦੇ ਵਿੱਚੋਂ ਸਿੱਖ ਧਰਮ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਦੀ ਲੋੜ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੋਂ ਸਤਿਕਾਰ ਦੇ ਸਹਿਤ ਅਥੈਂਟਿਕ ਜਿਹੜਾ ਹੈ ਉਹ ਸਵਾਲ ਦਾ ਜਵਾਬ ਪ੍ਰਾਪਤ ਕਰੇ।
मैं फिर एक बारी कहना चाहना पिंडां दे विच बैठे साडे सिख भरावां नूं, कस्बियां दे विच बैठे सिखां नूं कि गुमराह होण दी साध संगत जी लोड़ नहीं है। बहुत कुछ श्रोमणी कमेटी नूं दबाउण वास्ते, खत्म करन वास्ते हो रहा। एक साडे विच भी बहुत सारियां कमियां जिहड़ियां वो आ गईयां। असीं जात अभिमानी बन गए, अपने नां दे पिछे अपना गोत लाउणा जिहड़ा कदे नहीं भुलदे। श्री अकाल तख्त साहिब वालों समय समय के उत्ते कहा गया कि भाई अपने नामां दे पिछे गोत शब्द जिहड़े लाउणे बंद कर दो, लेकिन बंद नहीं होए। विचालों सिंह शब्द जिहड़ा सी वो लिखना बंद हो गया। मैनूं खुशी है कि अज सवेरे पंजाब के बहुत बड़े लीडर जिहड़े मैंबर पार्लीमेंट भी रहे ने, जिन्होंने पंजाब सरदार जगमीत सिंह बराड़ के नाम नाल जाणदा है, उन्होंने आके श्री अकाल तख्त साहिब के स्थान के उत्ते लिखती परण किया कि अज तो बाद बराड़ शब्द जिहड़ा है मैं अपने नां दे पिछे जिहड़ा है वो कदे नहीं लाऊंगा। मैं अपने आधार कार्ड दे विच, अपने वोट कार्ड दे विच भी बराड़ शब्द जिहड़ा है वो इस्तेमाल नहीं करूँगा। और इस गल दा श्री अकाल तख्त साहिब वालों बहुत स्वागत है। दुनिया भर दे विच बैठे सिखो अज फिर लोड़ है तुहाडी। क्यों? क्योंकि हुण फिर हिंदुस्तान दे उत्ते कोई लोकतांत्रिक सरकार नहीं है। सानू इकट्ठे होने की लोड़ है। इकट्ठे होने की लोड़ इस करके है कि हिंदुस्तान के उत्ते काबज जिहड़ी है लोकतांत्रिक सरकार नहीं है, बल्कि ईवीएम के राही काबज हुई सरकार है। और इन्हें अगले पता नहीं किन्ने क साल ईवीएम के राही काबज रहना कोई पता नहीं है। जे असीं इकट्ठे ना होए तो सानू खखड़ियां करेले कर देगी हो रहे। इस करके जरूरत है इस गल की कि छोटे छोटे मतभेद भुला के, छोटे छोटे वितकरे भुला के असीं सारे एक प्लेटफार्म के उत्ते इकट्ठे होइए। अज संत महात्मा बैठे ने, निर्मले बैठे ने, उदासी बैठे ने, निहंग सिंह बैठे ने। निर्मलियां के खिलाफ बोलिया गया, असीं चुप रहे। उदासियां के खिलाफ बोलिया, असीं चुप रहे। नानकसरियां के खिलाफ बोलिया, चुप रहे। निहंगां सिंघां के खिलाफ बोलिया, असीं चुप रहे। तो साडी चुप ने पता नहीं उन्हां लोकां नूं किन्नी हल्लाशेरी दित्ती कि वो लोग साडियां संप्रदावां, साडियां सत्कारत हस्तियां दे बारे अपशब्द बोलते बोलते साडी मर्यादा नूं पै निकले, साडे अमर संचार नूं पै निकले, साडे नितनेम नूं पै निकले, ते फिर साडी बाणी नूं पै निकले ने, साडी बाणी नूं पै निकले ने। बाणी दे अर्थां दे अनर्थ करन लग पए ने। खतरा सब तो वड्डा इन्हां लोकां तो है ਜਿਹੜੇ ਸਾਡੇ ਬਾਣੀ ਦੇ ਅਰਥਾਂ ਦੇ ਅਨਰਥ ਕਰ ਰਹੇ ਹੈ, ਜਿਹੜੇ ਸਾਡੇ ਅਮਰ ਸੰਚਾਰ ਨੂੰ ਰੱਦ ਕਰ ਰਹੇ ਹੈ, ਜਿਹੜੇ ਸਾਡੇ ਨਿਤਨੇਮ ਨੂੰ ਰੱਦ ਕਰ ਰਹੇ ਹੈ। ਸਭ ਤੋਂ ਵੱਡਾ ਖਤਰਾ ਜਿਹੜਾ ਇਹਨਾਂ ਲੋਕਾਂ ਤੋਂ ਹੈ। ਸਾਧ ਸੰਗਤ ਜੀ ਤੇ ਇਕੱਠੇ ਹੋ, ਸਾਰੀਆਂ ਸੰਪਰਦਾਵਾਂ ਅੱਜ ਬੈਠੀਆਂ ਨੇ, ਸਾਰੀਆਂ ਜਥੇਬੰਦੀਆਂ ਬੈਠੀਆਂ ਨੇ। ਸਾਰੇ ਇਹ ਪਰਨ ਕਰੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਸੀਂ ਬਾਹਾਂ ਬਣਾਂਗੇ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਂਗਲ ਉੱਠਦੀ ਹੈ ਤੇ 100 ਉਂਗਲ ਕਰਕੇ ਅਸੀਂ ਸਾਰੇ ਜਿਹੜੇ ਰਲ ਮਿਲ ਕੇ ਉਸ ਇੱਕ ਉਂਗਲ ਨੂੰ ਜਵਾਬ ਦੇਵਾਂਗੇ। ਫਿਰ श्रोमणी गुरुद्वारा प्रबंधक कमेटी का मान मत्ता सुनहरा इतिहास जिहड़ा है वो सुनहरी अखरां दे विच आउण वाले समय दे विच भी साध संगत जी लिखिया जाऊगा। इन्ने शब्द प्रवान करने श्रोमणी गुरुद्वारा प्रबंधक कमेटी दे प्रधान साहब, मैंबर साहिबान, अहुदेदार साहिबान, मैं सारिआं नूं इस श्रोमणी गुरुद्वारा प्रबंधक कमेटी के स्थापना दिवस की बहुत बहुत बधाई देना। और श्रोमणी कमेटी के जिन्ने भी अधिकारी मुलाजम है उन्होंने भी ये कहना चाहुंदा है कि ये संस्था तुहाडी अपनी है। तुसीं इस संस्था तो अपना परिवार पालदे हो, इस संस्था के वफादार बनो। एक दूसरे नूं नीवां दिखाउण दे लई तुसीं इहदी जग हसाई जिहड़ी है प्रेस दे विच ना करो। प्रेस दे विच जग हसाई जिहड़ी है वो बिल्कुल ना करो, क्योंकि श्रोमणी गुरुद्वारा प्रबंधक कमेटी के जिहड़े मुलाजम ने ये पिंडां तो आए साडे घरां दे नौजवान ने, वो शहीदी परिवारां दे विचों ने। अज इन्हां नूं कहंदे नरैणू महंत दे चेले, नरैणू महंत है। जे नरैणू महंत है तुसीं लक्ष्मण सिंह ढीरोवाल किधर हो गए? तुसीं करतार सिंह झब्बर वर्गे किधर हो गए? तुसीं जथेदार तेजा सिंह भुच्चर वर्गे कदों हो गए? अज साडियां सत्कारत हस्तियां दे करतार दे उत्ते वो उंगल उठा रहे हैं जिन्हां दा आपदा खुद का कोई किरदार नहीं है। ते अज लोड़ है अपनियां संस्थावां बचाउण दी, चाहे वो बुढ़ा दल है, चाहे वो तरना दल है, चाहे वो श्रोमणी गुरुद्वारा प्रबंधक कमेटी है, चाहे वो सिंह सभा लहर है, चाहे कोई भी संस्था है। अज अपनियां संस्थावां नूं बचाउण दी बहुत वड्डी लोड़ है। इन्ने शब्द प्रवान करने। वाहिगुरू जी का खालसा, वाहिगुरू जी की फतेह।